ਸਰਕਾਰੀ ਖਰਚੇ ਦੇ ਨੂੰ ਲੈ ਕੇ ਇਸ ਵੇਲੇ ਸਰਕਾਰ ਘਿਰੀ ਹੋਈ ਹੈ। ਪਿਛਲੀ ਸਰਕਾਰਾਂ ਨੇ ਕੀ ਕੁਝ ਖਰਚ ਨਹੀਂ ਕੀਤਾ। ਮੇਰੇ ਕੋਲ ਅੰਕੜੇ ਨੇ 13-14 ਵਿੱਚ ਪੌਣੇ 18 ਕਰੋੜ ਰੁਪਏ ਖਰਚੇ, 15-16 ਦੇ ਵਿੱਚ 31.5 ਕਰੋੜ ਖਰਚੇ, ਫਿਰ 17-18 ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਆਈ ਪਹਿਲੇ ਸਾਲ ਦੇ ਵਿੱਚ 37.5 ਕਰੋੜ ਰੁਪਏ ਦਾ ਖਰਚ ਕੀਤਾ ਗਿਆ ਤੇ ਇਸ ਤੋਂ ਬਾਅਦ ਵਾਲਾ ਖਰਚਾ ਅਜੇ ਸਾਡੇ ਕੋਲ ਪਿਆ ਹੈ। ਸਵਾਲ ਇਹ ਹੈ ਕਿ ਕੀ ਇਹ ਰਕਮ ਖਰਚ ਕਰਨੀ ਜਾਇਜ਼ ਸੀ? ਜੇ ਪਹਿਲੀਆਂ ਸਰਕਾਰਾਂ ਨੇ ਗਲਤ ਕੀਤਾ ਤਾਂ ਠੀਕ ਇਹਨਾਂ ਨੇ ਵੀ ਨਹੀਂ ਕੀਤਾ। ਸਤਿ ਸ਼੍ਰੀ ਅਕਾਲ, ਰੈਡ ਐਫਐਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜਦੋਂ ਸਰਕਾਰ ਕੋਈ ਵੀ ਆਉਂਦੀ ਹੈ ਤਾਂ ਪਿਛਲੀ ਸਰਕਾਰ ਦੇ ਉੱਪਰ ਜਿਹੜਾ ਸਭ ਤੋਂ ਵੱਡਾ ਤੰਜ਼ ਹੁੰਦਾ ਹੈ, ਸਭ ਤੋਂ ਵੱਡਾ ਨਿਸ਼ਾਨਾ ਉਹ ਕੱਸਿਆ ਜਾਂਦਾ ਹੈ ਕਿ ਇਸ ਸਰਕਾਰ ਨੇ ਲੋਕਾਂ ਦੇ ਪੈਸੇ ਦੀ ਬਰਬਾਦੀ ਕੀਤੀ ਹੈ। ਉਹ ਲੋਕਾਂ ਦਾ ਪੈਸਾ ਅਸੀਂ ਬਚਾਵਾਂਗੇ, ਉਹ ਲੋਕਾਂ ਦਾ ਪੈਸਾ ਲੋਕਾਂ ਦੇ ਉੱਤੇ ਹੀ ਲਗਾਇਆ ਜਾਵੇਗਾ। ਪਰ ਖੈਰ ਪਿਛਲੀਆਂ ਸਰਕਾਰਾਂ ਦੇ ਉੱਪਰ ਤਾਂ 5-5 ਸਾਲਾਂ ਦੇ ਇਲਜ਼ਾਮ ਲਗਾਏ ਜਾਂਦੇ ਨੇ, ਪਰ ਜਦੋਂ ਨਵੀਂ ਬਣੀ ਸਰਕਾਰ ਕੁਝ ਦਿਨਾਂ ਦੇ ਵਿੱਚ, ਮਹੀਨਿਆਂ ਦੇ ਵਿੱਚ ਹੀ ਉਹਨਾਂ ਇਲਜ਼ਾਮਾਂ ਦੇ ਵਿੱਚ ਆਪ ਘਿਰ ਜਾਵੇ ਤਾਂ ਫਿਰ ਕੀ ਕੀਤਾ ਜਾਣਾ ਚਾਹੀਦਾ ਹੈ, ਇਹ ਅੱਜ ਅਸੀਂ ਤੁਹਾਡੇ ਨਾਲ ਚਰਚਾ ਕਰਾਂਗੇ। ਸਤਿ ਸ਼੍ਰੀ ਅਕਾਲ, ਮੈਂ ਹਾਂ ਅੰਮ੍ਰਿਤ ਵਿਰਦੀ ਤੇ ਇਸ ਪੂਰੇ ਮਸਲੇ ਦੇ ਉੱਪਰ ਚਰਚਾ ਕਰਨ ਦੇ ਲਈ ਮੇਰੇ ਸੀਨੀਅਰ ਸਹਿਯੋਗੀ ਤੇ ਨਿਊਜ਼ ਡਾਇਰੈਕਟਰ ਰਿਸ਼ੀ ਨਾਗਰ ਜੀ ਮੌਜੂਦ ਨੇ। ਰਿਸ਼ੀ ਜੀ ਬਹੁਤ ਬਹੁਤ ਸਵਾਗਤ ਹੈ। ਬਹੁਤ ਮਿਹਰਬਾਨੀ ਅੰਮ੍ਰਿਤ, ਥੈਂਕ ਯੂ। ਰਿਸ਼ੀ ਜੀ, ਜਿਵੇਂ ਮੈਂ ਪਹਿਲਾਂ ਕਿਹਾ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਅਸੀਂ ਤਾਂ ਜਿਹੜਾ 10-10 ਸਾਲਾਂ ਦੇ ਵਿੱਚ ਜਨਤਾ ਦਾ ਪੈਸਾ ਲੁੱਟਿਆ ਏ ਉਸ ਦੀ ਅਸੀਂ ਭਰਪਾਈ ਕਰਾਂਗੇ, ਲੋਕਾਂ ਦਾ ਪੈਸਾ ਲੋਕਾਂ ਤੇ ਲਾਵਾਂਗੇ, ਪਰ ਅਜੇ ਤਾਂ 3.5 ਮਹੀਨੇ ਹੋਏ ਸੀ, ਤੁਸੀਂ ਤਾਂ ਖੁਦ 37-38 ਕਰੋੜ ਦੇ ਵਿੱਚ ਘਿਰ ਗਏ। ਅੰਮ੍ਰਿਤ ਜੀ, ਮੈਂ ਇਹਦੇ ਨਾਲ ਬਹੁਤਾ ਸਹਿਮਤ ਨਹੀਂ ਕਿ ਇੰਨੀ ਛੇਤੀ ਇਲਜ਼ਾਮ ਤਰਾਸ਼ੀ ਹੋ ਜਾਣੀ ਇਹ ਕੋਈ ਬਹੁਤ ਸਿਆਣੀ ਗੱਲ ਨਹੀਂ ਹੁੰਦੀ। ਇਹ ਠੀਕ ਹੈ ਕਿ ਵਿਰੋਧੀ ਧਿਰ ਦਾ ਫਰਜ਼ ਹੁੰਦਾ ਹੈ ਕਿ ਉਹ ਸਰਕਾਰ ਦੇ ਜਿਹੜੇ ਕਮਜ਼ੋਰ ਪੱਖ ਆ ਉਹਨਾਂ ਨੂੰ ਪਹਿਲਾਂ ਲੈ ਕੇ ਆਵੇ। ਸਰਕਾਰੀ ਖਰਚੇ ਦੇ ਨੂੰ ਲੈ ਕੇ ਇਸ ਵੇਲੇ ਸਰਕਾਰ ਘਿਰੀ ਹੋਈ ਹੈ ਜੀ, ਪਰ ਮੇਰਾ ਇੱਕ ਸਵਾਲ ਇਹ ਹੈ ਕਿ ਪਿਛਲੀਆਂ ਸਰਕਾਰਾਂ ਨੇ ਕੀ ਖਰਚਾ ਨਹੀਂ ਕੀਤਾ? ਹੁਣ ਉਹੀ ਲੋਕ ਤੰਜ਼ ਕੱਸ ਰਹੇ ਨੇ, ਉਹੀ ਲੋਕ ਵਿਅੰਗ ਕੱਸ ਰਹੇ ਨੇ ਕਿ ਭਗਵੰਤ ਮਾਨ ਦੀ ਸਰਕਾਰ ਨੇ 37 ਕਰੋੜ ਖਰਚ ਦਿੱਤਾ, 34 ਕਰੋੜ ਖਰਚ ਦਿੱਤਾ। ਇਹ ਕੋਈ ਅਰਥ ਨਹੀਂ ਰੱਖਦਾ। ਜਾਂ ਤਾਂ ਇਹ ਹੋਵੇ ਕਿ ਪਹਿਲੀਆਂ ਸਰਕਾਰਾਂ ਨੇ ਕੁਝ ਖਰਚ ਨਹੀਂ ਕੀਤਾ, ਇਸ ਸਰਕਾਰ ਨੇ ਸ਼ੁਰੂਆਤ ਕਰ ਦਿੱਤੀ, ਫਿਰ ਤਾਂ ਗੱਲ ਬਣਦੀ ਹੈ। ਫਿਰ ਇਹ ਕਹੀ ਜਾ ਰਹੇ ਨੇ ਜੀ ਕਿ ਉਹਨਾਂ ਸਟੇਟਾਂ ਵਿੱਚ ਇਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰਤਾ ਜਿੱਥੇ ਚੋਣਾਂ ਹੋਣੀਆਂ ਨੇ। ਫਿਰ ਇਹ ਕਹਿ ਰਹੇ ਨੇ ਕਿ ਕਿਸੇ ਹੋਰ ਭਾਸ਼ਾ ਦੇ ਵਿੱਚ ਇਹਨਾਂ ਨੇ ਪੋਸਟਰ ਬਣਾ ਕੇ ਉੱਥੇ ਈਵਨ ਤਮਿਲਨਾਡੂ ਦੀ ਇੱਕ ਅਖਬਾਰ ਦੇ ਵਿੱਚ ਇਸ਼ਤਿਹਾਰ ਦਿੱਤਾ ਹੈ। ਸੋ ਇਸ ਤਰ੍ਹਾਂ ਦੇ ਇਲਜ਼ਾਮ ਤਰਾਸ਼ੀ ਕੀਤੀ ਜਾ ਰਹੀ ਹੈ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਪਿਛਲੀ ਸਰਕਾਰਾਂ ਨੇ ਕੀ ਕੁਝ ਖਰਚ ਨਹੀਂ ਕੀਤਾ। ਮੇਰੇ ਕੋਲ ਅੰਕੜੇ ਨੇ ਜਿਹੜੇ ਮੈਂ ਸਾਂਝੇ ਕਰਨੇ ਚਾਹਾਂਗਾ ਕਿ 2011-12 ਦੇ ਵਿੱਚ 11 ਕਰੋੜ ਸ਼੍ਰੋਮਣੀ ਅਕਾਲੀ ਦਲ ਨੇ ਖਰਚਿਆ, 2012-13 ਵਿੱਚ 8.5 ਕਰੋੜ ਖਰਚਿਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ, 13-14 ਵਿੱਚ ਪੌਣੇ 18 ਕਰੋੜ ਰੁਪਏ ਖਰਚੇ, 2014-15 ਵਿੱਚ 6.5 ਕਰੋੜ ਖਰਚੇ, 15-16 ਦੇ ਵਿੱਚ 31.5 ਕਰੋੜ ਖਰਚੇ, ਫਿਰ 17-18 ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਆਈ ਪਹਿਲੇ ਸਾਲ ਦੇ ਵਿੱਚ 37.5 ਕਰੋੜ ਰੁਪਏ ਦਾ ਖਰਚ ਕੀਤਾ ਗਿਆ ਤੇ ਇਸ ਤੋਂ ਬਾਅਦ ਵਾਲਾ ਖਰਚਾ ਅਜੇ ਸਾਡੇ ਕੋਲ ਪਿਆ ਹੈ। ਸਵਾਲ ਇਹ ਹੈ ਕਿ ਕੀ ਇਸ ਖਰਚ ਕਰਨ ਦੀ ਜ਼ਰੂਰਤ ਹੈ ਸੀ? ਹੁਣ ਇਹ ਕਹਿੰਦੇ ਨੇ ਕਿ ਆਹ ਜਿਹੜਾ ਖਰਚਾ ਮੈਂ ਤੁਹਾਨੂੰ ਗਿਣਾਇਆ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਦੀ ਪਹਿਲੀ ਸਾਲ ਦੇ ਵਿੱਚ ਜਿਹੜੇ ਖਰਚੇ ਹੋਏ ਨੇ, ਇਹ ਸਾਰੇ ਦਾ ਸਾਰਾ ਖਰਚਾ ਪੰਜਾਬ ਵਿੱਚ ਕੀਤਾ ਗਿਆ। ਇਹਨੂੰ ਇਹ ਜਸਟੀਫਾਈ ਇਸ ਕਰਕੇ ਕਰਦੇ ਨੇ ਕਿ ਇਹ ਪੰਜਾਬ ਦੇ ਨਿਊਜ਼ਪੇਪਰਸ ਲਈ, ਪੰਜਾਬ ਦੇ ਮੀਡੀਆ ਹਾਊਸਸ ਲਈ ਇਹ ਰਕਮ ਦਿੱਤੀ ਗਈ। ਜਿਹੜੀ ਭਗਵੰਤ ਮਾਨ ਦੀ ਸਰਕਾਰ ਦੇ ਉੱਤੇ ਦੋਸ਼ ਲੱਗ ਰਿਹਾ ਕਿ ਇਹਨਾਂ ਨੇ 38 ਕਰੋੜ ਰੁਪਇਆ ਖਰਚ ਕਰ ਦਿੱਤਾ, ਉਹ ਦੋਸ਼ ਲੱਗ ਰਹੇ ਨੇ ਜੀ ਕਿ ਇਹਨਾਂ ਨੇ ਪੰਜਾਬ ਤੋਂ ਬਾਹਰ ਦੀਆਂ ਜਿਹੜੇ ਮੀਡੀਆ ਆਊਟਲੈਟਸ ਨੇ ਉਹਨਾਂ ਦੇ ਵਾਸਤੇ ਖਰਚਿਆ। ਇਹ ਸਾਰਾ ਨਹੀਂ, ਉਹਦੇ ਵਿੱਚੋਂ ਕਾਫੀ ਰਕਮ ਬਾਹਰ ਰਕਮ ਖਰਚ ਕੀਤੀ ਹੈ। ਸਵਾਲ ਇਹ ਹੈ ਕਿ ਕੀ ਇਹ ਰਕਮ ਖਰਚ ਕਰਨੀ ਜਾਇਜ਼ ਸੀ? ਅੰਦਰ ਖਰਚੀ ਕਿ ਬਾਹਰ ਖਰਚੀ, ਇਹਦਾ ਕੋਈ ਮਤਲਬ ਨਹੀਂ। ਦੂਜੀ ਗੱਲ ਕਿ ਜਿਹੜੇ ਅੱਜ ਲੋਕ ਦੋਸ਼ ਲਾ ਰਹੇ ਨੇ ਉਹਨਾਂ ਨੇ ਕਿਸ ਕੰਮ ਵਾਸਤੇ ਇਹ ਰਕਮ ਖਰਚ ਕੀਤੀ? ਭਗਵੰਤ ਮਾਨ ਦੀ ਸਰਕਾਰ ਨੇ ਹਿਮਾਚਲ ਪ੍ਰਦੇਸ਼ ਵਿੱਚ ਤੇ ਗੁਜਰਾਤ ਵਿੱਚ ਇਹ ਰਕਮ ਖਰਚ ਕੀਤੀ ਹੈ। ਉੱਥੇ ਉਹਨਾਂ ਨੇ ਚੋਣ ਪ੍ਰਚਾਰ ਕਰਨਾ ਸੀ। ਪੰਜਾਬ ਦਾ ਮਾਡਲ ਉਹਨਾਂ ਦੇ ਕੋਲ ਸੀ। ਸਵਾਲ ਇਹ ਹੈ ਕਿ ਅਕਾਲੀ ਦਲ ਦੇ ਕੋਲ ਬਾਹਰਲੀ ਕਿਸੇ ਵੀ ਸੂਬੇ ਦੇ ਵਿੱਚ ਸਰਕਾਰ ਹੀ ਨਹੀਂ ਹੈ, ਕਿਤੇ ਉਹਨਾਂ ਦਾ ਆਧਾਰ ਨਹੀਂ ਹੈ। ਜੇ ਉਹਨਾਂ ਨੇ ਰਾਜਸਥਾਨ ਵਿੱਚ ਅਕਾਲੀ ਦਲ ਨੇ ਕਦੇ ਪ੍ਰਚਾਰ ਕੀਤਾ ਤਾਂ ਉੱਥੇ ਉਹਨਾਂ ਨੇ ਪ੍ਰਚਾਰ ਕੀਤਾ ਪੰਜਾਬ ਦਾ। ਹੁਣ ਅਕਾਲੀ ਦਲ ਰੌਲਾ ਪਾਈ ਜਾਵੇ। ਜਦੋਂ ਕਾਂਗਰਸ ਸਰਕਾਰ ਗੱਲ ਕਰਦੀ ਹੈ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਬਹੁਤ ਸਾਰੇ ਇਸ਼ਤਿਹਾਰ ਹਰਿਆਣੇ 'ਚ ਵੀ ਲੱਗੇ, ਛਪੇ, ਉੱਤਰ ਪ੍ਰਦੇਸ਼ ਵਿੱਚ ਵੀ ਲੱਗੇ। ਜੀ ਮਾਫ ਕਰਨਾ, ਤੁਹਾਨੂੰ ਕੱਟ ਰਹੀ ਹਾਂ, ਪਰ ਫਿਰ ਅਸੀਂ ਵੱਖਰੇ ਕਿੱਦਾਂ ਹੋਏ? ਫਿਰ ਜਿਹੜਾ ਉਹ ਭੇਡ ਚਾਲ ਚੱਲੀ ਆ ਰਹੀ ਸੀ। ਅੱਛਾ ਤੁਸੀਂ ਦੇਖੋ, ਇਹਨਾਂ ਨੇ ਕਿਹਾ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਪੇਪਰਲੈਸ ਬਜਟ ਪੇਸ਼ ਕੀਤਾ।
ਉਹਦੇ ਤੇ ਇਹਨਾਂ ਨੇ ਦਾਅਵਾ ਕੀਤਾ ਕਿ ਅਸੀਂ ਇੰਨੇ ਲੱਖਾਂ ਰੁਪਏ ਬਚਾ ਲਿੱਤੇ ਤੇ ਅਸੀਂ ਇੰਨੇ ਰੁੱਖ ਬਚਾ ਲਿੱਤੇ ਵੱਢਣ ਤੋਂ। ਪਰ ਉਸ ਪੇਪਰਲੈਸ ਬਜਟ ਦੇ ਉੱਪਰ ਕਹਿੰਦੇ ਲੋਕਾਂ ਦੀ ਸਲਾਹ ਲਈ ਤੇ ਉਸ ਸਲਾਹ ਲੈਣ ਦੇ ਵਿੱਚ ਹੀ 20-22 ਲੱਖ ਰੁਪਏ ਤੁਸੀਂ ਲਾ ਦਿੱਤਾ, ਤਾਂ ਫਿਰ ਇੱਕ ਪਾਸਿਓਂ ਬਚਾ ਕੇ ਜੇ ਦੂਜੇ ਪਾਸੇ ਕਰ ਦਿੱਤਾ ਤੇ ਗੱਲ ਤਾਂ ਫਿਰ ਉੱਥੇ ਹੀ ਆ ਗਈ। ਮੈਂ ਕਿਸੇ ਵੀ ਤਰ੍ਹਾਂ ਨਾਲ ਇਹਨੂੰ ਜਸਟੀਫਾਈ ਨਹੀਂ ਕਰ ਰਿਹਾ ਕਿ ਜੇ ਇਹਨਾਂ ਨੇ ਕਰ ਦਿੱਤਾ ਤਾਂ ਠੀਕ ਕਰ ਦਿੱਤਾ, ਜੇ ਪਹਿਲੀਆਂ ਸਰਕਾਰਾਂ ਨੇ ਗਲਤ ਕੀਤਾ ਤਾਂ ਠੀਕ ਇਹਨਾਂ ਨੇ ਵੀ ਨਹੀਂ ਕੀਤਾ। ਹਾਂ ਬਿਲਕੁਲ। ਤੇ ਮੇਰਾ ਸਵਾਲ ਵਿਰੋਧੀ ਧਿਰਾਂ ਦੇ ਉੱਤੇ ਹੈ ਕਿ ਤੁਸੀਂ ਅੱਜ ਇਹਨਾਂ ਦੇ ਉੱਤੇ ਵਿਅੰਗ ਕੱਸ ਰਹੇ ਹੋ, ਜਦੋਂ ਤੁਹਾਡੀਆਂ ਪਾਰਟੀਆਂ ਸੀ ਸਰਕਾਰ ਦੇ ਵਿੱਚ ਉਦੋਂ ਤੁਸੀਂ ਕੀ ਕਰਦੇ ਸੀ ਜੀ? ਆਪਣਾ ਸਵਾਲ ਕੋਈ ਨਹੀਂ ਸਾਹਮਣੇ ਲੈ ਕੇ ਆ ਰਿਹਾ। ਮੇਰਾ ਅਗਲਾ ਜਿਹੜਾ ਕੰਸਰਨ, ਜਿਵੇਂ ਤੁਸੀਂ ਕਿਹਾ ਕਿ ਫਿਰ ਵੱਖਰਾ ਕੀ ਕੀਤਾ ਹੈ, ਵੱਖਰਾ ਤਾਂ ਹੋ ਹੀ ਨਹੀਂ ਸਕਦਾ। ਸਰਕਾਰਾਂ ਦਾ ਕੰਮ ਕਰਨ ਦਾ ਢੰਗ ਲਗਭਗ ਇੱਕੋ ਜਿਹਾ ਹੁੰਦਾ, ਚਾਹੇ ਸਰਕਾਰ ਜਿਹੜੀ ਮਰਜ਼ੀ ਆਵੇ, ਇਹ ਦਾਅਵੇ ਹੀ ਹੁੰਦੇ ਨੇ। ਤਾਮਿਲਨਾਡੂ ਦੀ ਇੱਕ ਅਖਬਾਰ ਦੇ ਵਿੱਚ ਇਸ਼ਤਿਹਾਰ ਛਪਿਆ, ਉੱਥੇ ਹੋਏ ਭਗਵੰਤ ਮਾਨ ਕਹਿ ਰਹੇ ਨੇ ਕਿ ਪੰਜਾਬ ਵਿੱਚ ਆਓ, ਪੰਜਾਬ ਵਿੱਚ ਇਨਵੈਸਟ ਕਰੋ, ਅਸੀਂ ਨਵੀਂ ਤਰੱਕੀ ਲਿਆ ਰਹੇ ਹਾਂ। ਕੀ ਇਹ ਠੀਕ ਨਹੀਂ? ਕੀ ਇਹ ਉਸ ਭਾਸ਼ਾ ਦੇ ਵਿੱਚ ਇਸ਼ਤਿਹਾਰ ਦੇਣਾ ਜ਼ਰੂਰੀ ਨਹੀਂ ਜਿਸ ਭਾਸ਼ਾ ਦੇ ਵਿੱਚ ਲੋਕ ਸਮਝਦੇ ਨੇ ਜਾਂ ਸੁਣਦੇ ਨੇ ਜਾਂ ਪੜ੍ਹਦੇ ਨੇ? ਜਦੋਂ ਉਸ ਮੁਲਕ ਦੇ ਵਿੱਚ, ਉਸ ਦੇਸ਼ ਦੇ ਉਸ ਹਿੱਸੇ ਵਿੱਚ ਇਹ ਇਸ਼ਤਿਹਾਰ ਜਾ ਰਿਹਾ ਜਿੱਥੇ ਭਾਸ਼ਾ ਹੀ ਹੋਰ ਹੈ, ਤਾਂ ਇਸ਼ਤਿਹਾਰ ਵੀ ਉਸੇ ਭਾਸ਼ਾ 'ਚ ਹੀ ਛਪਣਾ। ਦੂਜੀ ਗੱਲ ਕਿ ਕੀ ਇਸ ਇਸ਼ਤਿਹਾਰ ਤੋਂ ਬਿਨਾਂ ਗੁਜ਼ਾਰਾ ਹੋ ਸਕਦਾ ਸੀ? ਬਿਲਕੁਲ ਹੋ ਸਕਦਾ ਸੀ, ਜੇ ਇਹ ਇਸ਼ਤਿਹਾਰਬਾਜ਼ੀ ਜਿਹੜੀ ਖਰਚਣ ਦਾ ਜ਼ਿਕਰ ਕੀਤਾ ਪ੍ਰਗਟ ਸਿੰਘ ਉਹਨਾਂ ਨੇ, ਮੈਂ ਉਦਾਹਰਨ ਦਿੰਨਾ ਕਿ ਉਹਨਾਂ ਨੇ ਕਿਹਾ ਜੀ ਕਿ ਇਹਨਾਂ ਨੇ ਐਂਟੀ ਕਰਪਸ਼ਨ ਦੇ ਉੱਤੇ 14.5 ਕਰੋੜ ਰੁਪਏ ਖਰਚ ਕਰ ਦਿੱਤੇ। ਭਗਵੰਤ ਮਾਨ ਦੀ ਓਥ ਟੇਕਿੰਗ ਸੈਰੇਮਨੀ ਦੇ ਸ਼ੁਰੂਆਤ ਹੀ ਉੱਥੋਂ ਆ ਜਾਂਦੀ ਹੈ ਨਾ, ਲਗਭਗ 6.25 ਕਰੋੜ ਰੁਪਈਆ ਇਹਨਾਂ ਨੇ ਖਰਚ ਕੀਤਾ। ਇਹ ਬਿਲਕੁਲ ਫਜ਼ੂਲ ਖਰਚਾ ਸੀ। ਭਗਵੰਤ ਮਾਨ ਨੂੰ ਜੇ ਉਹ ਲੱਗਦਾ ਸੀ ਉਹਨਾਂ ਨੂੰ ਕਿ ਉਹਨਾਂ ਨੇ ਸ਼ਹੀਦ ਆਜ਼ਮ ਦੀ ਜ਼ਮੀਨ ਤੇ ਉਹਨਾਂ ਦੀ ਜ਼ਮੀਨ ਤੇ ਜਾ ਕੇ ਭਗਤ ਸਿੰਘ ਦੇ ਪਿੰਡ ਜਾ ਕੇ ਸਹੁੰ ਚੁੱਕ ਸਮਾਗਮ ਕਰਨੀ ਆ, ਤੇ ਉੱਥੇ ਕਰੋੜਾਂ ਲੋਕਾਂ ਨੂੰ ਸੱਦਣ ਦਾ ਜਾਂ ਲੱਖਾਂ ਲੋਕਾਂ ਨੂੰ ਸੱਦਣ ਦਾ ਆਈਡੀਆ ਕੀ ਸੀ ਉਹਦੇ ਪਿੱਛੇ? ਕਿੰਨੇ ਖੇਤ ਖਾਲੀ ਕਰਵਾਏ ਗਏ, ਕਿੰਨੀ ਜ਼ਮੀਨ ਜਿਹੜੀ ਉਸ ਵੇਲੇ ਕਣਕ ਵਢਾਈ ਗਈ, ਉਸ ਵੇਲੇ ਫਸਲ ਖਰਾਬ ਕੀਤੀ ਗਈ, ਉਹਨਾਂ ਨੂੰ ਮੁਆਵਜ਼ਾ ਵੀ ਦਿੱਤਾ ਗਿਆ, ਉਹਦੀ ਲੋੜ ਨਹੀਂ ਸੀ। ਇਹ ਬਿਲਕੁਲ ਫਜ਼ੂਲ ਖਰਚਾ ਸੀ। ਇਹਨੂੰ ਐਂਡੋਰਸ ਨਹੀਂ ਕੀਤਾ ਜਾ ਸਕਦਾ, ਇਹਨੂੰ ਜਸਟੀਫਾਈ ਵੀ ਨਹੀਂ ਕੀਤਾ ਜਾ ਸਕਦਾ। ਉਸ ਤੋਂ ਬਾਅਦ ਉਹ ਹੁਣ ਕਹਿ ਰਹੇ ਨੇ ਹਿਮਾਚਲ ਪ੍ਰਦੇਸ਼ ਵਿੱਚ ਕਿ ਅਸੀਂ ਭ੍ਰਸ਼ਟਾਚਾਰ ਖਤਮ ਕਰਤਾ, ਗੁਜਰਾਤ 'ਚ ਕਹਿ ਰਹੇ ਨੇ ਕਿ ਅਸੀਂ ਭ੍ਰਸ਼ਟਾਚਾਰ ਖਤਮ ਕਰਤਾ। ਇਹ ਕਿਹੜਾ ਤੁਸੀਂ ਅਹਿਸਾਨ ਕੀਤਾ? ਭ੍ਰਸ਼ਟਾਚਾਰ ਖਤਮ ਕਰਨਾ ਤੁਹਾਡਾ ਫਰਜ਼ ਹੈ, ਇਹ ਕੋਈ ਪ੍ਰਾਪਤੀ ਹੈ ਤੁਸੀਂ ਜਾ ਕੇ ਦੱਸ ਰਹੇ ਹੋ। ਸੋ ਇਸ ਗੱਲ ਦੇ ਉੱਤੇ ਵੀ ਇਹਨਾਂ ਨੂੰ ਮਾਫ ਨਹੀਂ ਕੀਤਾ ਜਾ ਸਕਦਾ। ਤੇ ਦੂਜੀ ਗੱਲ ਕਿ ਇਸ਼ਤਿਹਾਰਬਾਜ਼ੀ ਕਰਨੀ, ਐਡਵਰਟਾਈਜ਼ਮੈਂਟ ਕਰਨੀ ਇੱਕ ਚੰਗਾ ਕਦਮ ਹੈ। ਤੁਸੀਂ ਆਪਣੇ ਪ੍ਰੋਡਕਟਸ ਨੂੰ ਅੱਗੇ ਲੈ ਕੇ ਜਾਂਦੇ ਹੋ, ਇਹਦੇ ਨਾਲ ਇਨਵੈਸਟਮੈਂਟ ਆਉਂਦੀ ਹੈ, ਤੁਸੀਂ ਦੂਸਰਿਆਂ ਨੂੰ ਪਾਲਿਸੀਜ਼ ਦੱਸਦੇ ਹੋ। ਜਿਹੜਾ ਕੰਮ ਘਰ ਘਰ ਤੱਕ ਨਹੀਂ ਪਹੁੰਚਾਇਆ ਜਾ ਸਕਦਾ ਉਹ ਐਡਵਰਟਾਈਜ਼ਮੈਂਟ ਪਹੁੰਚਾਉਂਦੀ ਹੈ। ਜੇ ਸਰਕਾਰ ਕੋਈ ਨਵੀਂ ਯੋਜਨਾ ਲੈ ਕੇ ਆਉਂਦੀ ਹੈ, ਇਫੈਕਟਿਵਲੀ ਉਹਨੂੰ ਲਾਗੂ ਕਰਦੀ ਹੈ, ਉਹਦਾ ਕੋਈ ਨਤੀਜੇ ਆਉਣ ਦੇ ਇਹਨਾਂ ਨੂੰ ਅਸਰਾਤ ਨਜ਼ਰ ਆਉਂਦੇ ਨੇ, ਤਾਂ ਉਹ ਗੱਲ ਪ੍ਰਚਾਰ ਕੀਤੀ ਜਾ ਸਕਦੀ ਹੈ। ਬਿਲਕੁਲ ਕੀਤੀ ਜਾ ਸਕਦੀ ਹੈ। ਲੋਕਾਂ ਨੂੰ ਵੀ ਤਾਂ ਹੀ ਪਤਾ ਲੱਗਦਾ। ਸੀ ਅਕਸਰ ਕੋਈ ਪ੍ਰੋਡਕਟ ਵੀ ਖਰੀਦਦੇ ਹਾਂ ਤਾਂ ਸਾਨੂੰ ਟੀਵੀ ਤੇ ਜਾਂ ਮੀਡੀਆ ਦੇ ਮਾਧਿਅਮ ਤੋਂ ਸਾਨੂੰ ਪਤਾ ਲੱਗਦਾ ਕਿ ਇਹ ਚੀਜ਼ ਹੈ, ਇਹ ਸਕੀਮ ਹੈ। ਹਰ ਕੋਈ ਕਿਉਂਕਿ ਸੋਸ਼ਲ ਮੀਡੀਆ ਤੇ ਵੀ ਇੰਨਾ ਐਕਟਿਵ ਨਹੀਂ ਹੁੰਦਾ ਪਿੰਡਾਂ ਦੇ ਵਿੱਚ। ਤੇ ਇਹ ਆਰਟੀਆਈ ਦਾ ਜਿਹੜਾ ਰਿਸ਼ੀ ਜੀ ਨੇ ਵੀ ਜ਼ਿਕਰ ਕੀਤਾ, ਮਾਨਿਕ ਗੋਇਲ ਮਾਨਸਾ ਦੇ ਇੱਕ ਸੋਸ਼ਲ ਐਕਟਿਵਿਸਟ ਨੇ, ਉਹਨਾਂ ਨੇ ਆਰਟੀਆਈ ਪਾਈ ਸੀ। ਉਹਦੇ ਵਿੱਚ ਇਹ ਪੂਰਾ ਜਿਹੜਾ ਇਹ ਖਾਕਾ ਨਿਕਲ ਕੇ ਸਾਹਮਣੇ ਆਇਆ ਕਿ ਇੰਨਾ ਪੈਸਾ ਖਰਚ ਕਰ ਦਿੱਤਾ ਹੈ। ਤੇ ਸਭ ਤੋਂ ਪਹਿਲਾਂ ਰਿਸ਼ੀ ਜੀ ਉੱਥੇ ਹੀ ਗੱਲ ਆ ਜਾਂਦੀ ਹੈ ਕਿ ਤੁਸੀਂ ਤਾਂ ਸ਼ੁਰੂਆਤ ਹੀ ਖਰਚੇ ਤੋਂ ਕਰ ਦਿੱਤੀ ਜਦੋਂ ਤੁਸੀਂ ਆਪਣਾ ਸਹੁੰ ਚੁੱਕ ਸਮਾਗਮ ਹੀ ਇੰਨਾ ਵੱਡਾ ਕਰ ਦਿੱਤਾ। ਦੂਜੇ ਨੰਬਰ ਤੇ ਬਿਲਕੁਲ ਇਸ਼ਤਿਹਾਰ ਹੋਣੇ ਚਾਹੀਦੇ ਨੇ, ਪਰ ਜਿਵੇਂ ਇਸ ਸਰਕਾਰ ਨੇ ਕਿਹਾ ਕਿ ਅਸੀਂ ਬਜਟ ਦੀ ਗੱਲ ਬਾਰ-ਬਾਰ ਆਉਂਦੀ ਹੈ। ਤੁਸੀਂ ਦੇਖੋ ਇਹਨਾਂ ਨੇ ਬਜਟ ਵਾਸਤੇ ਐਪ ਵੀ ਕੱਢ ਦਿੱਤੀ ਕਿ ਇਸ ਐਪ ਤੇ ਵੀ ਤੁਹਾਨੂੰ ਬਜਟ ਦੀ ਪੂਰੀ ਜਾਣਕਾਰੀ ਮਿਲੇਗੀ। ਯਾਨੀ ਤੁਸੀਂ ਇੱਕ ਪਾਸੇ ਕਿਹਾ ਕਿ ਅਸੀਂ ਸਿਰਫ ਪੇਪਰਲੈਸ ਕੀਤਾ, ਜਦਕਿ ਪੇਪਰ ਤੇ ਵੀ ਛਪਿਆ। ਉਹ ਪ੍ਰਿੰਟਡ ਕਾਪੀਆਂ ਜਿਹੜੀਆਂ ਉਸਦੀਆਂ ਵੰਡੀਆਂ ਵੀ ਗਈਆਂ ਨੇ, ਤਾਂ ਇੱਕ ਪਾਸੇ ਪ੍ਰਿੰਟਡ ਕਾਪੀਆਂ ਵੀ ਵੰਡੀਆਂ, ਦੂਜੇ ਪਾਸੇ ਤੁਸੀਂ ਸਲਾਹ ਤੇ ਵੀ ਇੰਨਾ ਖਰਚਾ ਕਰ ਦਿੱਤਾ, ਤੀਜੇ ਪਾਸੇ ਤੁਸੀਂ ਐਪ ਬਣਾ ਦਿੱਤੀ, ਉਹਦੇ ਤੇ ਵੀ ਤੁਸੀਂ ਖਰਚਾ ਕਰਤਾ। ਜੀ ਅਮਰਤ, ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਆ ਕਿ ਅਸੀਂ ਪੰਜਾਬ ਦੇ ਦੇਸ਼ ਦੇ ਉਸ ਹਿੱਸੇ 'ਚ ਬੈਠੇ ਹਾਂ ਜਿੱਥੇ ਟੈਕਨੋਲੋਜੀ ਅਜੇ ਇੰਨੀ ਵਿਕਸਿਤ ਨਹੀਂ ਹੋਈ ਕਿ ਅਸੀਂ ਪੇਪਰਲੈਸ ਹੋ ਜਾਈਏ। ਅਜੇ ਸਾਰੇ ਹੀ ਕੰਮ ਸਾਡੇ ਪੇਪਰਾਂ ਤੇ ਹੁੰਦੇ ਨੇ। ਤੇ ਇਹ ਕਹਿ ਦੇਣਾ ਠੀਕ ਹੈ, ਇਹ ਦੇਖਣ ਨੂੰ ਸੁਣਨ ਨੂੰ ਚੰਗੀ ਲੱਗਦੀ ਹੈ ਗੱਲ ਕਿ ਜੀ ਅਸੀਂ ਪੇਪਰਲੈਸ ਬਜਟ ਹੈ, ਐਪ ਤੋਂ ਪੜ੍ਹ ਦਿੱਤਾ ਜਾਂ ਅਸੀਂ ਆਈਪੈਡ ਤੋਂ ਪੜ੍ਹ ਦਿੱਤਾ ਜਾਂ ਲੈਪਟਾਪ ਤੋਂ ਪੜ੍ਹ ਦਿੱਤਾ। ਪਰ ਅਲਟੀਮੇਟਲੀ ਜਦੋਂ ਉਹ ਲੋਕਾਂ ਤੱਕ ਜਾਣਾ, ਦਫ਼ਤਰਾਂ ਤੱਕ ਜਾਣਾ, ਤੁਸੀਂ ਉਨੀ ਟੈਕਨੋਲੋਜੀ ਕਿੱਥੇ ਦੇ ਸਕਦੇ? ਤੁਹਾਡੀ ਤਾਂ ਬਿਜਲੀ ਨਹੀਂ ਪੂਰੀ ਹੁੰਦੀ। ਜਦੋਂ ਬਿਜਲੀ ਨਹੀਂ ਆਉਂਦੀ ਪਈ ਤਾਂ ਕੰਪਿਊਟਰ ਚਲਾਉਣਾ ਕਾਹਦੇ ਨਾਲ ਤੁਸੀਂ? ਸੋ ਇਹ ਸਾਰੀਆਂ ਗੱਲਾਂ ਹਵਾਈ ਕੀਤੀਆਂ ਗਈਆਂ ਨੇ। ਇਹਦੇ ਪਿੱਛੇ ਕੋਈ ਲੌਜਿਕ ਨਜ਼ਰ ਨਹੀਂ ਆਉਂਦਾ। ਪਰ ਯੈਸ, ਐਡਵਰਟਾਈਜ਼ਮੈਂਟ ਦੇ ਉੱਤੇ ਖਰਚਾ ਜੇ ਕੀਤਾ, ਗਲਤ ਕੀਤਾ। ਜੇ ਵਿਰੋਧੀ ਪਾਰਟੀਆਂ ਨੂੰ ਲੱਗਦਾ ਤਾਂ ਉਹਨਾਂ ਨੂੰ ਪਹਿਲਾਂ ਆਪਣਾ ਢਿੱਡ ਵੀ ਦਿਖਾਉਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਵੇਲੇ ਕੀ ਕਰਦੇ ਰਹੇ ਹੋ। ਜੇ ਇਹਨਾਂ ਨੇ ਕੀਤਾ, ਇਹਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ। ਭਗਵੰਤ ਮਾਨ ਉਹਨਾਂ ਨੇ ਕਿਹਾ ਕਿ ਤੁਸੀਂ ਇਸ਼ਤਿਹਾਰ ਲਾਏ ਜੀ, ਅਸੀਂ ਇੰਨੀ ਹਜ਼ਾਰ ਨੌਕਰੀਆਂ ਦਿੱਤੀਆਂ, ਤੁਹਾਨੂੰ ਇਹ ਕਹਿਣਾ ਚਾਹੀਦਾ ਸੀ ਕਿ ਤੁਸੀਂ ਰਾਜਪਾਲ ਨੂੰ ਭੇਜੀਆਂ, ਅਜੇ ਫਾਈਲ ਤੇ ਸਾਈਨ ਨਹੀਂ ਹੋਏ। ਇਹ ਵੀ ਭਗਵੰਤ ਮਾਨ ਦੀ ਵੀ ਹਲਕਾ ਪਾਣੀ ਹੈ। ਸੋ ਜੇ ਤੁਸੀਂ ਵੀ ਕੁਝ ਕਰ ਰਹੇ ਹੋ
ਠੋਸ ਰੂਪ ਵਿੱਚ ਕਰ ਰਹੇ ਹੋ ਉਹਦਾ ਕੰਮ ਕਰਕੇ ਦਿਖਾਓ। ਤੁਸੀਂ ਕਹਿ ਰਹੇ ਹੋ ਕਿ ਅਸੀਂ ਭ੍ਰਸ਼ਟਾਚਾਰ ਖਤਮ ਕਰਤਾ, ਇਹਦਾ ਕੌਣ ਦਾਅਵਾ ਕਰ ਸਕਦਾ ਤੇ ਕਿਵੇਂ ਦਾਅਵਾ ਕਰ ਸਕਦਾ? ਮੈਨੂੰ ਲੱਗਦਾ ਕਿ ਜਦੋਂ ਰਿਸ਼ੀ ਜੀ ਥੋੜਾ ਜਿਹਾ, ਚਲੋ ਇਸ ਤੋਂ ਵੱਖਰੀ ਗੱਲ ਹੈ, ਮੁੱਖ ਮੰਤਰੀ ਜਦੋਂ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਕਰਦੇ ਨੇ ਤੇ ਇਸੇ ਕਰਕੇ ਉਸ ਦਾ ਅਸਰ ਬਾਕੀਆਂ ਤੇ ਵੀ ਪੈ ਜਾਂਦਾ। ਇਸ ਲਈ ਅਨਮੋਲ ਗਗਨ ਮਾਨ ਦਾ ਬਿਆਨ ਵੀ ਬੜਾ ਚਰਚਾ 'ਚ ਹੈ। ਕਹਿੰਦੇ ਮੈਂ ਜੇ ਮੰਤਰੀ ਬਣਦੀ ਹਾਂ ਮੈਂ 5 ਮਿੰਟ 'ਚ MSP ਦੇ ਦੇਵਾਂਗੀ। ਪਹਿਲਾਂ ਤੁਸੀਂ ਦੇਖੋ ਕਿ ਤੁਹਾਡਾ ਅਧਿਕਾਰ ਖੇਤਰ ਹੀ ਨਹੀਂ ਹੈ, ਤੁਸੀਂ ਬਿਆਨਬਾਜ਼ੀ ਕਿਹੜੀ ਕਰ ਰਹੇ ਹੋ। ਤੇ ਇਹ ਫਿਰ ਲੱਗਦਾ ਨਹੀਂ ਕਿ ਜੇ ਸਾਡਾ CM ਕਰ ਦਿੰਦਾ ਹੈ ਤਾਂ ਫਿਰ ਸਾਡੇ ਕਹਿਣ 'ਚ ਵੀ ਕੀ ਹੈ। ਸਵਾਲ ਹੀ ਇਹ ਹੈ ਕਿ ਜਦੋਂ ਗੰਭੀਰਤਾ ਖਤਮ ਹੋ ਜਾਏਗੀ ਗੱਲ ਦੀ, ਹੁਣ ਵਿਧਾਨ ਸਭਾ ਦੇ ਵਿੱਚ ਭਗਵੰਤ ਮਾਨ ਨੂੰ ਤੁਸੀਂ ਸੁਣੋ, ਕਿਤੇ ਲੱਗਦਾ ਨਹੀਂ ਕਿ ਉਹ ਸਿਆਸਤਦਾਨ ਬੋਲ ਰਿਹਾ ਹੈ। ਉਹ ਲੱਗਦਾ ਕੋਈ ਮਜ਼ਾਕੀਆ ਲਹਿਜੇ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ। ਇਹਨਾਂ ਨੂੰ ਐ ਕਹੋ, ਉਹਨਾਂ ਨੂੰ ਉਹ ਕਹੋ। ਸਪੀਕਰ ਸਾਹਿਬ ਬਾਰ-ਬਾਰ ਕਹਿੰਦੇ ਨੇ ਕਿ ਤੁਸੀਂ ਚੇਅਰ ਨੂੰ ਐਡਰੈਸ ਕਰੋ। ਇਹ ਇੱਕ ਵਿਧਾਨਕ ਪਰੰਪਰਾ ਹੈ। ਪ੍ਰੋਟੋਕਾਲ ਪਾਰਲੀਮੈਂਟ ਵਿੱਚ 2 ਵਾਰ ਉਹ ਰਹਿ ਕੇ ਆਏ ਨੇ, ਉਹਨਾਂ ਨੂੰ ਪਤਾ ਕਿ ਹਰ ਗੱਲ ਸਪੀਕਰ ਨੂੰ ਐਡਰੈਸ ਕੀਤੀ ਜਾਂਦੀ ਹੈ। ਉਹ ਸਿੱਧੇ ਹੀ ਬਾਜਵਾ ਸਾਹਿਬ ਤੁਸੀਂ ਬਹਿ ਜਾਓ, ਖਹਿਰਾ ਸਾਹਿਬ ਤੁਸੀਂ ਸੁਣ ਲਓ। ਦਿਸ ਇਜ਼ ਨਾਟ ਦੀ ਵੇ। ਇਸ ਤਰ੍ਹਾਂ ਨਹੀਂ ਹੁੰਦਾ। ਪਰ ਤੁਸੀਂ ਕੀ ਕਰ ਰਹੇ ਹੋ ਇਹ ਵੀ ਲੋਕਾਂ ਨੇ ਤੁਹਾਨੂੰ ਦੇਖਣਾ, ਪਰਖਣਾ। ਤੁਸੀਂ ਇੱਕ ਗੱਲ ਤੇ ਪਰਖੇ ਜਾ ਰਹੇ ਹੋ। ਇਸ ਗੱਲ ਦਾ ਭਗਵੰਤ ਮਾਨ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਪਤਾ ਹੋਣਾ ਚਾਹੀਦਾ। ਹਲਕੀ ਬਿਆਨਬਾਜ਼ੀ ਨਾਲ ਹੁਣ ਉਹ ਜ਼ਮਾਨਾ ਰਿਹਾ ਨਹੀਂ ਜਦੋਂ ਤੁਸੀਂ ਲੋਕਾਂ ਨੂੰ ਭਰਮਾ ਲੈਂਦੇ ਸੀ। ਹੁਣ ਲੋਕ ਤੁਹਾਡੇ ਕੋਲੋਂ ਰਿਜ਼ਲਟ ਭਾਲਣਗੇ, ਰਿਜ਼ਲਟ ਤੁਹਾਨੂੰ ਦੇਣਾ ਪਵੇਗਾ। ਇਸ ਤਰ੍ਹਾਂ ਦੀਆਂ ਹੋਛੀਆਂ ਹਰਕਤਾਂ ਨਾਲ ਨਾ ਤਾਂ ਕਾਂਗਰਸ ਪਾਰਟੀ ਨੂੰ ਕੁਝ ਮਿਲਣਾ, ਨਾ ਅਕਾਲੀ ਦਲ ਦਾ ਤਾਂ ਵੈਸੇ ਹੀ ਫੱਟੀ ਪੋਚੀ ਗਈ ਹੈ। ਇਸ ਵੇਲੇ ਹੈ ਕੁਝ ਨਹੀਂ ਉਹਨਾਂ ਦੇ ਕੋਲ। ਤੇ ਭਗਵੰਤ ਮਾਨ ਉਹਨਾਂ ਨੂੰ ਚੇਤੇ ਰੱਖਣਾ ਚਾਹੀਦਾ ਕਿ 5 ਸਾਲ ਕੋ ਬਹੁਤ ਲੰਬਾ ਅਰਸਾ ਨਹੀਂ ਹੁੰਦਾ। ਤੇ ਲੋਕਾਂ ਨੂੰ ਮਜ਼ਾਕ ਮਸਤੀ ਹਾਸੋਹੀਣੇ ਬਿਆਨ ਨਹੀਂ ਚਾਹੀਦੇ। ਦੀ ਬੜੀ ਵੱਡੀ ਐਗਜ਼ਾਮਪਲ ਨਵਜੋਤ ਸਿੰਘ ਸਿੱਧੂ ਵੀ ਨੇ, ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਮੰਨਿਆ ਹੀ ਇਸ ਲਈ ਜਾਂਦਾ ਸੀ ਕਿ ਇਕੱਠ ਨੂੰ ਰਿਸ਼ੀ ਜੀ ਆਪਣੇ ਵੱਲ ਬੜੀ ਛੇਤੀ ਭਰਮਾ ਲੈਂਦੇ ਨੇ। ਪਰ ਲੋਕਾਂ ਨੇ ਵੀ ਛੇਤੀ ਕਿਨਾਰੇ ਕਰ ਦਿੱਤਾ ਕਿ ਅਸੀਂ ਜੇਕਰ ਕਾਮੇਡੀ ਸ਼ੋਅ ਦੇਖਣਾ ਹੈ ਤਾਂ ਅਸੀਂ ਕਪਿਲ ਸ਼ਰਮਾ ਦਾ ਸ਼ੋਅ ਦੇਖ ਲਵਾਂਗੇ, ਅਸੀਂ ਸਿਆਸਤਦਾਨਾਂ ਨੂੰ ਨਹੀਂ ਦੇਖਣਾ ਚਾਹੁੰਦੇ। ਬਿਲਕੁਲ ਠੀਕ ਹੈ ਜੀ। ਇਸ ਵੇਲੇ ਗੱਲ ਗੰਭੀਰਤਾ ਨਾਲ ਕਰਨ ਦੀ ਲੋੜ ਹੈ, ਠੋਸ ਗੱਲ ਕਰਨ ਦੀ ਲੋੜ ਹੈ, ਜਿਹਦੇ ਨਤੀਜੇ ਨਿਕਲ ਸਕਦੇ ਨੇ। ਗੱਲ ਉਸ ਕਰਨ ਦੀ ਲੋੜ ਹੈ। ਸਿਰਫ ਮਜ਼ਾਹੀਆ ਗੱਲਾਂ ਕਰਕੇ, ਲੋਕਾਂ ਨੂੰ ਹਸਾ ਕੇ ਤੁਸੀਂ ਕੁਝ ਵੀ ਹਾਸਲ ਨਹੀਂ ਕਰ ਸਕਦੇ। ਰਿਸ਼ੀ ਜੀ, ਇੱਕ ਹੋਰ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਸੀ ਕਿ ਜਦੋਂ ਅਸੀਂ ਪਿਛਲੀ ਸਰਕਾਰ ਦੀ, ਕੈਪਟਨ ਸਰਕਾਰ ਦੀ ਗੱਲ ਕਰੀਏ ਤਾਂ ਹਾਲਾਂਕਿ ਚਰਨਜੀਤ ਸਿੰਘ ਚੰਨੀ ਦਾ ਤਾਂ ਪੀਰੀਅਡ ਹੀ ਬਹੁਤ ਛੋਟਾ ਰਿਹਾ, ਪਰ ਉਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ। ਪੂਰਾ ਪੰਜਾਬ ਚੰਨੀ ਦੇ ਨਾਲ ਇਸ ਤਰ੍ਹਾਂ ਦੇ ਪੋਸਟਰ ਲਗਾ ਦਿੱਤੇ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਆਈ ਸੀ ਤਾਂ ਉਹਨਾਂ ਨੇ ਵੀ ਪੂਰਾ ਪੰਜਾਬ ਕੈਪਟਨ ਦੇ ਨਾਲ ਇਸ ਤਰ੍ਹਾਂ ਦੇ ਵੱਡੇ ਵੱਡੇ ਪੋਸਟਰ। ਅਸੀਂ ਦੇਖੋ ਬੱਸਾਂ ਤੋਂ ਲੈ ਕੇ ਆਟੋ ਤੇ ਲੈ ਕੇ, ਆਟੋ ਵਾਲੇ ਪਰੇਸ਼ਾਨ ਹੋ ਜਾਂਦੇ ਸੀ। ਉਹ ਕਹਿੰਦੇ ਸੀ ਕਿ ਸਾਨੂੰ ਇਸ ਤਰ੍ਹਾਂ ਦੇ ਪੋਸਟਰ ਨਹੀਂ ਚਾਹੀਦੇ, ਸਾਡੀ ਸਵਾਰੀ ਪ੍ਰਭਾਵਿਤ ਹੁੰਦੀ ਹੈ ਕਈ ਵਾਰੀ ਤਾਂ। ਪਰ ਫਿਰ ਵੀ ਕਿਉਂਕਿ ਉੱਥੇ ਉਹਨਾਂ ਦੀ ਚੱਲਦੀ ਨਹੀਂ ਹੈ, ਇਹ ਵੱਡੇ ਪੋਸਟਰ ਲਗਾ ਦਿੱਤੇ ਜਾਂਦੇ। ਮੈਂ ਮੰਨਦੀ ਹਾਂ ਕਿ ਠੀਕ ਹੈ ਤੁਸੀਂ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਮੀਡੀਆ ਦਾ ਸਹਾਰਾ ਲੈ ਰਹੇ ਹੋ, ਪਰ ਕੀ ਇਹ ਬੱਸਾਂ ਤੋਂ ਲੈ ਕੇ, ਢਾਬਿਆਂ ਤੋਂ ਲੈ ਕੇ, ਰੈਸਟੋਰੈਂਟਾਂ ਤੇ ਬਾਹਰ ਪੋਸਟਰ ਲਗਾਉਣੇ ਵੀ ਜ਼ਰੂਰੀ ਹੁੰਦੇ ਨੇ, ਮੈਂਡੇਟਰੀ ਹੁੰਦੇ ਨੇ? ਬਿਲਕੁਲ ਨਹੀਂ ਜੀ, ਕੁਝ ਵੀ ਨਹੀਂ ਹੈ। ਇਹ ਸਿਰਫ ਫਜ਼ੂਲ ਖਰਚੀ ਹੈ। ਐਂਬੂਲੈਂਸਾਂ ਦੇ ਤੱਕ ਇਸ਼ਤਿਹਾਰ ਲਾਏ ਗਏ। ਪ੍ਰਕਾਸ਼ ਸਿੰਘ ਬਾਦਲ ਹੋਣਾ ਦੀਆਂ ਤਸਵੀਰਾਂ ਮੁੜ ਕੇ ਜਦੋਂ ਕੈਪਟਨ ਦੀ ਸਰਕਾਰ ਆਈ ਉਹਨਾਂ ਨੇ ਉਹ ਤਸਵੀਰਾਂ ਹਟਾਤੀਆਂ। ਜਦੋਂ ਚੰਨੀ ਸਾਹਿਬ ਆਏ ਉਹ ਉਹਨਾਂ ਨੇ ਹੋਰ ਹੀ ਕੁਝ ਕਰ ਦਿੱਤਾ। ਸੋ ਸਵਾਲ ਇਹ ਨਹੀਂ ਹੈ ਕਿ ਕੌਣ ਕੀ ਕਰ ਰਿਹਾ ਹੈ, ਸਵਾਲ ਇਹ ਹੈ ਕਿ ਕੌਣ ਕਿੰਨਾ ਗਲਤ ਕਰ ਰਿਹਾ ਹੈ। ਲੋਕ ਹੁਣ ਜਾਗ ਗਏ ਨੇ, ਲੋਕਾਂ ਨੂੰ ਪਤਾ ਲੱਗ ਗਿਆ ਹੈ। ਲੋਕਾਂ ਤੋਂ ਕੁਝ ਵੀ ਗੱਲ ਲੁਕੀ ਹੋਈ ਨਹੀਂ। ਤੇ ਇਹਨਾਂ ਨੇਤਾਵਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਫਜ਼ੂਲ ਖਰਚੀ ਇਸ ਵੇਲੇ ਪੰਜਾਬ ਦੀ ਜ਼ਰੂਰਤ ਨਹੀਂ ਹੈ। ਪੰਜਾਬ ਨੂੰ ਇੱਕ ਪੈਸੇ ਦੀ ਜ਼ਰੂਰਤ ਹੈ। ਜਿਹੜਾ ਕੰਮ ਕੀਤਾ ਜਾਣਾ ਚਾਹੀਦਾ ਉਹ ਕਰੋ। ਜਿਹੜਾ ਕੰਮ ਹੋ ਜਵੇ, ਜਿਹਦੇ ਨਤੀਜੇ ਤੁਹਾਡੇ ਕੋਲ ਆ ਜਾਣ, ਉਸ ਦਾ ਇਸ਼ਤਿਹਾਰ ਪ੍ਰਚਾਰ ਕਰੋ। ਪਰ ਉਸ ਤੋਂ ਪਹਿਲਾਂ ਤੁਸੀਂ ਇਸ ਤਰ੍ਹਾਂ ਪ੍ਰਚਾਰ ਨਾ ਕਰ ਦਿਓ ਕਿ ਬਾਅਦ ਵਿੱਚ ਤੁਹਾਨੂੰ ਆਪਣੇ ਹੀ ਗੱਲ ਨੂੰ ਜਸਟੀਫਾਈ ਕਰਨ ਦੇ ਲਈ ਤਰੀਕੇ ਲੱਭਣੇ ਪੈਣ ਕਿ ਇਹ ਗੱਲ ਤਾਂ ਹੋਈ ਨਹੀਂ ਸੀ। ਜਿਵੇਂ ਸੰਗਰੂਰ ਦੇ ਵਿੱਚ ਰਿਸ਼ੀ ਜੀ ਇਹਨਾਂ ਨੇ ਗੁਰਮੇਲ ਸਿੰਘ ਦੇ ਪਹਿਲਾਂ ਹੀ ਪੋਸਟਰ ਬਣਵਾ ਕੇ ਲਗਾ ਦਿੱਤੇ ਕਿ ਧੰਨਵਾਦ, ਤੁਸੀਂ ਜਿੱਤ ਸਾਨੂੰ ਦਵਾ ਦਿੱਤੀ ਹੈ। ਪਰ ਬਾਅਦ ਵਿੱਚ ਪਤਾ ਲੱਗਾ ਕਿ ਸਿਮਰਨਜੀਤ ਸਿੰਘ ਮਾਨ ਜਿੱਤ ਗਏ, ਉਹ ਪੋਸਟਰ ਸਾਰੇ ਬੇਕਾਰ ਹੋ ਗਏ, ਪੈਸਾ ਬਰਬਾਦ ਹੋ ਗਿਆ। ਐਗਜ਼ੈਕਟਲੀ, ਇਹ ਸਾਰਾ ਕੁਝ ਹੀ ਧਿਆਨ ਦੇਣ ਦੀ ਲੋੜ ਹੈ ਜੀ। ਅਸੀਂ ਸਾਰਿਆਂ ਨੂੰ ਹਾਥੀਆਂ ਤੇ ਚੜਾਵਾਂਗੇ ਤੇ ਜਦੋਂ ਨਾ ਬਣੀ ਗੱਲ ਤਾਂ ਕਹਿ ਦਿਓ ਹਾਥੀ ਪੈਂਚਰ ਹੋ ਗਿਆ। ਇਹ ਤਾਂ ਕੋਈ ਗੱਲ ਨਹੀਂ ਬਣੀ। ਸੋ ਇਸ ਕਰਕੇ ਮੇਰੀ ਇਹ ਬੇਨਤੀ ਹੈ ਸਰਕਾਰਾਂ ਨੂੰ ਵੀ, ਵਿਰੋਧੀ ਧਿਰਾਂ ਨੂੰ ਵੀ, ਕਿ ਹੋਛੇ ਹੱਥਕੰਡੇ ਨਾ ਅਪਣਾਏ ਜਾਣ। ਸਿਰਫ ਆਲੋਚਨਾ ਕਰਨ ਦੀ ਆਲੋਚਨਾ ਨਾ ਕੀਤੀ ਜਾਏ ਤੇ ਕੰਮ ਕਰਕੇ ਦਿਖਾਇਆ ਜਾਏ, ਫਿਰ ਇਸ਼ਤਿਹਾਰਬਾਜ਼ੀ ਵੀ ਕੀਤੀ ਜਾ ਸਕਦੀ। ਬਿਲਕੁਲ। ਤਾਂ ਹਜੇ 3.5 ਮਹੀਨੇ ਹੋਏ ਨੇ, ਪਰ ਜਿਵੇਂ ਰਿਸ਼ੀ ਜੀ ਨੇ ਕਿਹਾ ਕਿ 5 ਸਾਲ ਦਾ ਸਮਾਂ ਵੀ ਜੇਕਰ ਇਸ ਤਰ੍ਹਾਂ ਤੁਹਾਡੀ ਨਿਖੇਧੀ ਹੁੰਦੀ ਰਹੀ ਤਾਂ 5 ਸਾਲ ਵੀ ਕਦੋਂ ਨਿਕਲ ਜਾਣਗੇ ਤਾਂ ਪਤਾ ਨਹੀਂ ਲੱਗੇਗਾ। ਤੇ ਜਨਤਾ ਜਨਾਰਦਨ ਸਭ ਤੋਂ ਵੱਡੀ ਹੁੰਦੀ ਹੈ। ਲੋਕਾਂ ਨੇ ਫਤਵਾ ਜੇ ਇਸ ਵਾਰ ਤੁਹਾਡੇ ਹੱਕ ਦੇ ਵਿੱਚ 92 ਸੀਟਾਂ ਦੇ ਨਾਲ ਦਿੱਤਾ ਹੈ ਤੇ ਅਗਲੀ ਵਾਰ ਉਹ ਕਦੋਂ ਕੀ ਕੁਝ ਸਿਆਸਤ ਦੇ ਵਿੱਚ ਕੁਝ ਨਹੀਂ ਪਤਾ ਹੁੰਦਾ, ਦਿਨ ਰਾਤ ਕਦੋਂ ਹੋ ਜਾਵੇ। ਇਸ ਲਈ ਤੁਹਾਨੂੰ ਬਹੁਤ ਤਰੀਕੇ ਦੇ ਨਾਲ ਚੱਲਣ ਦੀ ਜ਼ਰੂਰਤ ਹੈ। ਉਮੀਦ ਇਹੀ ਕਰਦੇ ਹਾਂ ਕਿ ਜੋ ਦਾਅਵੇ ਹੁੰਦੇ ਨੇ ਉਹਨਾਂ ਦੀ ਜ਼ਮੀਨੀ ਹਕੀਕਤ ਨਾਲ ਮੇਲ ਖਾਵੇ। ਪੰਜਾਬ ਦਾ ਪੈਸਾ ਜਿਵੇਂ ਪਹਿਲਾਂ ਬਰਬਾਦ ਹੋਇਆ ਹੈ ਉਸ ਤਰ੍ਹਾਂ ਬਰਬਾਦ ਨਹੀਂ ਹੋਵੇਗਾ। ਤੇ ਰਿਸ਼ੀ ਜੀ ਬਹੁਤ ਬਹੁਤ ਸ਼ੁਕਰੀਆ। ਬਹੁਤ ਮਿਹਰਬਾਨੀ। ਧੰਨਵਾਦ।